ਅੰਦਰ ਤੇ ਤੁਸੀਂ ਦੇਖ ਰਹੇ ਹੋ ਰੈਸਟਵੇ ਐਕਸਪ੍ਰੈਸ ਚੈਨਲ। ਤੇ ਅੱਜ ਅਸੀਂ ਪਹੁੰਚੇ ਹਾਂ ਹੁਸ਼ਿਆਰਪੁਰ ਦੇ ਇੰਪਰੂਵਮੈਂਟ ਟਰਸਟ ਦੇ ਵਿੱਚ, ਜਿੱਥੇ ਅਸੀਂ ਗੱਲ ਕਰਾਂਗੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਰਾਕੇਸ਼ ਮਰਵਾਹਾ ਜੀ ਦੇ ਨਾਲ। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਜੀ। ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਕਿ ਤੁਸੀਂ ਅੱਜ ਸਮਾਂ ਕੱਢ ਕੇ ਸਾਡੇ ਟਰਸਟ ਦੇ ਵਿੱਚ ਆਏ ਹੋ ਜੀ। ਸਭ ਤੋਂ ਪਹਿਲਾਂ ਮੈਂ ਤੁਹਾਡਾ ਸਵਾਗਤ ਕਰਦਾ ਹਾਂ, ਬਹੁਤ ਬਹੁਤ ਧੰਨਵਾਦ ਜੀ ਸਰ। ਤੇ ਸਰ, ਇੰਪਰੂਵਮੈਂਟ ਟਰਸਟ ਦੇ ਕੀ ਕੰਮ ਹੁੰਦੇ ਆ ਤੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਤੁਹਾਡੀਆਂ ਯੋਜਨਾਵਾਂ ਆ, ਤੁਸੀਂ ਉਹਦੇ ਬਾਰੇ ਵਿੱਚ ਦੱਸੋ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਆਪਣੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਜੀ ਦਾ, ਜਿਨ੍ਹਾਂ ਨੇ ਅੱਜ ਤੋਂ ਕਰੀਬ 1.5 ਸਾਲ ਪਹਿਲਾਂ ਮੇਰੇ 'ਤੇ ਵਿਸ਼ਵਾਸ ਜ਼ਾਹਰ ਕਰਕੇ ਮੈਨੂੰ ਇਸ ਕੁਰਸੀ 'ਤੇ ਬਿਠਾਇਆ ਜੀ। ਔਰ ਉਹਨਾਂ ਦੀਆਂ ਜੋ ਵਿਕਾਸ ਦੀਆਂ ਲੀਹਾਂ ਸੀ, ਜੋ ਉਮੀਦਾਂ ਸੀ, ਉਹਨਾਂ 'ਤੇ ਚੱਲਦੇ ਹੋਏ ਮੈਂ ਇਸ ਚੇਅਰ 'ਤੇ ਬੈਠਾ ਔਰ ਉਹਨਾਂ ਦੀਆਂ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਅੱਜ ਮੈਂ ਸ਼ਹਿਰ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਕਰਵਾ ਰਿਹਾ ਹਾਂ। ਜੀ। ਮੈਂ ਦੱਸਣਾ ਚਾਹੁੰਦਾ ਕਿ ਜਿਸ ਵੇਲੇ 3 ਸਤੰਬਰ ਨੂੰ ਮੈਂ ਇਹਦਾ ਚਾਰਜ ਲਿਆ ਤਾਂ ਜਿਹੜੀ ਇੱਥੇ ਦੀ ਹਾਲਤ ਸੀ ਕੋਈ ਐਡੀ ਵਧੀਆ ਨਹੀਂ ਸੀਗੀ ਜੀ। ਔਰ ਮੈਂ ਅਰੋੜਾ ਜੀ ਨੂੰ ਇਹ ਸਾਰੇ ਚੀਜ਼ਾਂ ਤੋਂ ਅਵਗਤ ਕਰਵਾਇਆ ਔਰ ਉਹਨਾਂ ਦੀਆਂ ਜੋ ਦਿਸ਼ਾ ਨਿਰਦੇਸ਼ ਸੀ ਅਸੀਂ ਸਲਾਹ ਮਸ਼ਵਰਾ ਕਰਕੇ ਅੱਜ ਜੀ। ਸਾਡੀਆਂ ਜੋ ਸਕੀਮਾਂ ਨੇ ਉਹ ਮੈਚੂਰ ਹੋਈਆਂ ਨੇ ਸ਼ਹਿਰ ਦੀਆਂ। ਜੀ। ਕਾਫੀ ਡਿਵੈਲਪਮੈਂਟ ਮੈਂ ਕਰਵਾਈ ਕਿਉਂਕਿ ਸਾਡੀਆਂ 10 ਨੰਬਰ ਸਕੀਮ, 11 ਨੰਬਰ ਸਕੀਮ, ਬਸੰਤ ਵਿਹਾਰ 2 ਨੰਬਰ ਸਕੀਮ, ਇਸ ਤੋਂ ਇਲਾਵਾ ਸਾਡੀਆਂ ਕਮਰਸ਼ੀਅਲ 3 ਜਾਂ 4 ਸਾਈਟਸ ਜਿਹੜੀਆਂ ਸੀ ਕਮਰਸ਼ੀਅਲ ਸੀਗੀਆਂ, ਉਹਨਾਂ 'ਚ ਮੈਂ ਕਾਫੀ ਡਿਵੈਲਪਮੈਂਟ ਕਰਵਾਈ ਆ ਔਰ ਅੱਗੇ ਵੀ ਫਿਊਚਰ ਦੇ ਵਿੱਚ ਵੀ ਕੰਮ ਚੱਲ ਰਿਹਾ ਆ ਔਰ ਮੈਨੂੰ ਆਸ ਆ ਕਿ ਬਹੁਤ ਜਲਦ ਅਸੀਂ ਜਿਹੜੀਆਂ ਉਹ ਸਕੀਮਾਂ ਮੈਚੂਰ ਕਰ ਦੇਵਾਂਗੇ। ਜੀ। ਤੇ ਸਰ, ਜਿਵੇਂ ਤੁਸੀਂ ਇਹ ਸਕੀਮ ਦੱਸੀਆਂ ਤੇ ਲੋਕ ਇਹਨਾਂ ਦਾ ਕਿੱਦਾਂ ਫ਼ਾਇਦਾ ਲੈ ਸਕਦੇ ਆ? ਜਿਹੜੀਆਂ ਤਾਂ ਸਾਡੀਆਂ ਸਭ ਤੋਂ ਵੱਡਾ ਜਿਹੜਾ ਫਾਇਦਾ ਆ ਇੰਪਰੂਵਮੈਂਟ ਟਰਸਟ ਦਾ, ਤਾਂ ਜੋ ਇਹਦਾ ਸਾਡਾ ਇੰਗਲਿਸ਼ ਦਾ ਲਫ਼ਜ਼ ਹੈ ਇੰਪਰੂਵਮੈਂਟ ਟਰਸਟ, ਇੰਪਰੂਵਮੈਂਟ ਕਰਨੀ ਔਰ ਡਿਵੈਲਪਮੈਂਟ ਕਰਨੀ, ਲੇਕਿਨ ਪੰਜਾਬੀ 'ਚ ਜੋ ਸਾਡਾ ਹੈ ਇਸ ਦਾ ਨਗਰ ਸੁਧਾਰ ਟਰਸਟ ਕਿਹਾ ਜਾਂਦਾ ਹੈ ਕਿ ਅਸੀਂ ਨਗਰ ਦਾ ਸੁਧਾਰ ਕਿਸ ਤਰ੍ਹਾਂ ਕਰਨਾ ਆ, ਸ਼ਹਿਰ ਦਾ ਸੁਧਾਰ ਕਿਸ ਤਰ੍ਹਾਂ ਕਰਨਾ ਆ। ਸਾਡੀਆਂ ਜੋ ਰਿਹਾਇਸ਼ੀ ਸਕੀਮਾਂ ਨੇ ਉਹ ਇਸ ਵੇਲੇ ਸਾਡੀਆਂ ਜੋ 10 ਨੰਬਰ ਬਸੰਤ ਵਿਹਾਰ ਸਕੀਮ ਸੀ ਔਰ 11 ਨੰਬਰ ਸਕੀਮ ਜੋ ਸੰਤ ਲੌਂਗੋਵਾਲ ਜੀ ਦੇ ਨਾਮ 'ਤੇ ਸੀ, ਇਹ ਅਸੀਂ ਡਿਵੈਲਪ ਪੂਰੀਆਂ ਕਰਕੇ ਅਸੀਂ ਜਿਹੜੀਆਂ ਮਿਊਨਸਿਪਲ ਕਾਰਪੋਰੇਸ਼ਨ ਨੂੰ ਹੈਂਡਓਵਰ ਕਰ ਦਿੱਤੀਆਂ। ਉਸ ਤੋਂ ਬਾਅਦ ਜਿਹੜੀ ਇੱਕ ਸਾਡੀ ਰੈਜ਼ੀਡੈਂਸ਼ੀਅਲ ਸਕੀਮ ਹੈ, ਸਕੀਮ ਨੰਬਰ 2 ਰਾਜੀਵ ਗਾਂਧੀ ਐਵਨਿਊ, ਉਹਦੀ ਡਿਵੈਲਪਮੈਂਟ ਜੋ ਹੈ ਅਸੀਂ ਪਿਛਲੇ 1.5 ਸਾਲ ਦੇ ਵਿੱਚ ਕਰੀਬ 2 ਕਰੋੜ ਰੁਪਏ ਦੀਆਂ ਉੱਥੇ ਅਸੀਂ ਡਿਵੈਲਪਮੈਂਟ 'ਤੇ ਲਗਾਏ ਨੇ ਔਰ ਇਸ ਵੇਲੇ ਮੈਂ ਬਹੁਤ ਮਾਣ ਦੇ ਨਾਲ ਇਹ ਗੱਲ ਕਹਿ ਸਕਦਾ ਕਿ ਕੋਈ ਵੀ ਐਸੀ ਸੜਕ ਨਹੀਂ ਆ ਉੱਥੇ ਦੀ ਜਿਹੜੀ ਕਿ ਕੱਚੀ ਹੋਵੇ ਔਰ ਜਿਹੜੀਆਂ ਰਹਿ ਗਈਆਂ ਸੀ ਸੜਕਾਂ ਉਹ ਵੀ ਅਸੀਂ 50 ਲੱਖ ਦੇ ਕਰੀਬ ਹੁਣ ਟੈਂਡਰ ਲਗਾ ਦਿੱਤੇ ਆ। 2-4 ਦਿਨ 'ਚ ਉਹਨਾਂ ਦਾ ਕੰਮ ਵੀ ਸ਼ੁਰੂ ਹੋ ਜਾਏਗਾ। ਵਰਕ ਆਰਡਰ ਜਾਰੀ ਕਰ ਦਿੱਤਾ ਆ ਕਿਉਂਕਿ ਅਰੋੜਾ ਸਾਹਿਬ ਦਾ ਇੱਕ ਨਿਰਦੇਸ਼ ਸੀ ਸਾਨੂੰ ਕਿ ਤੁਸੀਂ ਲੋਕਾਂ ਦੀਆਂ ਸਹੂਲਤਾਂ ਜ਼ਿਆਦਾ ਦੇਖਣੀਆਂ ਨੇ, ਲੋਕਾਂ ਨੂੰ ਸਹੂਲਤ ਕਿੱਥੋਂ ਮਿਲਦੀ ਹੈ ਤਾਂ ਜੋ ਲੋਕ ਇਹ ਕਹਿਣ ਕਿ ਕਾਂਗਰਸ ਸਰਕਾਰ ਆਈ ਸੀ ਔਰ ਸਾਡਾ ਜਿਹੜਾ ਡਿਵੈਲਪਮੈਂਟ ਦਾ ਕੰਮ ਸੀਗਾ ਉਹ ਬਹੁਤ ਇੱਕ ਅੱਛੇ ਤਰੀਕੇ ਦੇ ਨਾਲ ਗੁਣਵੱਤਾ ਦੇ ਨਾਲ ਹੋਇਆ। ਔਰ ਮੈਂ ਆਪ ਜਾ ਕੇ ਖੁਦ ਜਦੋਂ ਸੜਕਾਂ ਦੀ ਉਸਾਰੀ ਕੀਤੀ ਗਈ ਸੀ, ਉਹ ਸੜਕਾਂ ਦੀ ਜੋ ਉਸਾਰੀ ਸਮੇਂ ਮੈਂ ਖੁਦ ਜਾ ਕੇ ਉੱਥੇ ਚੈਕਿੰਗ ਕੀਤੀ ਕਿ ਇਹ ਸੜਕਾਂ ਦੇ ਮਟੀਰੀਅਲ ਸਹੀ ਪੈ ਰਿਹਾ, ਕਿੱਦਾਂ ਬਣ ਰਹੀਆਂ ਨੇ। ਔਰ ਹੁਣ ਜੋ ਸੜਕਾਂ ਰਹਿ ਗਈਆਂ ਸੀਗੀਆਂ ਉਹ ਵੀ 50 ਲੱਖ ਰੁਪਏ ਦੀਆਂ ਸੜਕਾਂ ਦਾ ਕੰਮ ਸ਼ੁਰੂ ਹੋਣ ਵਾਲਾ ਔਰ ਜੋ ਪਾਰਕ ਉੱਥੇ 4 ਪਾਰਕਾਂ ਸੀ, 2-3 ਤਾਂ ਡਿਵੈਲਪ ਨੇ, ਇੱਕ ਅਨਡਿਵੈਲਪ ਸੀ, ਉਹਦੇ ਵੀ ਅਸੀਂ ਕਰੀਬ 4 ਲੱਖ ਤੇ 78,000 ਰੁਪਏ ਦਾ ਟੈਂਡਰ ਜਿਹੜਾ ਵਰਕ ਆਰਡਰ ਕੱਲ੍ਹ ਜਾਰੀ ਕਰ ਦਿੱਤਾ। ਉਹ ਵੀ 2-3 ਦਿਨ 'ਚ ਜਿਹੜੀ ਡਿਵੈਲਪਮੈਂਟ ਦਾ ਕੰਮ ਆ ਉਹ ਸ਼ੁਰੂ ਹੋ ਜਾਏਗਾ ਔਰ ਲਾ ਮਿਲਾ ਕੇ ਸਕੀਮ ਨੰਬਰ 2 ਜਿਹੜੀ ਆ ਸਾਡੀ ਇਸ ਵੇਲੇ ਬੜੀ ਅੱਛੀ ਬਣ ਗਈ ਹੈ, ਬੜੀ ਅੱਛੀ ਡਿਵੈਲਪਮੈਂਟ ਹੋਈ ਹੈ ਉੱਥੇ। ਤੇ ਸਰ, ਇੱਕ ਸਾਈਡ 'ਤੇ ਤਾਂ ਤੁਸੀਂ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਹੋ, ਪਰ ਦੂਸਰੀ ਸਾਈਡ 'ਤੇ ਤੁਸੀਂ ਸੁੰਦਰ ਸ਼ਾਮ ਅਰੋੜਾ ਜੀ ਦੇ ਕਾਫੀ ਕਰੀਬੀ ਵੀ ਹੈਗੇ ਹੋ। ਤੇ ਉਹੀ ਪੁੱਛਣਾ ਚਾਹਾਂਗੀ ਕਿ ਤੁਸੀਂ ਇਹ ਜਿਹੜਾ ਉਹਨਾਂ ਦਾ 4-4.25 ਸਾਲ ਦਾ ਜਿਹੜਾ ਟਾਈਮ ਪੀਰੀਅਡ ਹੈ ਉਹਦੇ ਵਿੱਚ ਸ਼ਹਿਰ ਦੇ ਵਿੱਚ ਕੀ ਉਪਲਬਧੀਆਂ ਕੀਤੀਆਂ? ਮੈਡਮ, ਜਿਹੜੀਆਂ ਤਾਂ ਤੁਸੀਂ ਸ਼ਹਿਰ ਦੇ ਵਿੱਚ ਦੇਖੋ ਤੁਸੀਂ ਹੁਣ ਵੀ ਆਏ ਹੋਵੋਗੇ। ਕੋਈ ਵਕਤ ਸੀਗਾ ਜਿਸ ਵੇਲੇ ਕਿ ਸੜਕ ਬਣਦੀ ਸੀ, 1-2 ਮਹੀਨੇ ਬਾਅਦ ਹੀ ਉਹ ਜਿਹੜੇ ਸੀ ਉਹ 'ਚ ਟੋਏ ਪੈ ਜਾਂਦੇ ਸੀ, ਲੇਕਿਨ ਅਰੋੜਾ ਸਾਹਿਬ ਦੇ ਦਿਸ਼ਾ ਨਿਰਦੇਸ਼ ਹੀ ਇੱਦਾਂ ਦੇ ਨੇ, ਚਾਹੇ ਉਹ ਅਸੀਂ ਆ ਚਾਹੇ ਉਹ ਮਿਊਨਸਿਪਲ ਕਾਰਪੋਰੇਸ਼ਨ ਹੈ, ਉਹਨਾਂ ਦੇ ਦਿਸ਼ਾ ਨਿਰਦੇਸ਼ ਇਸ ਤਰ੍ਹਾਂ ਦੇ ਨੇ ਕਿ ਕਿਸੇ ਵੀ ਕੀਮਤ ਤੇ ਕੁਆਲਿਟੀ ਦੇ ਵਿੱਚ, ਕੰਮ ਦੀ ਕੁਆਲਿਟੀ ਦੇ ਵਿੱਚ ਕੋਈ ਕਮੀ ਨਹੀਂ ਹੋਣੀ ਚਾਹੀਦੀ, ਕਿਸੇ ਵੀ ਤਰ੍ਹਾਂ ਦੀ ਕੁਆਲਿਟੀ ਦੇ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਹੋਣਾ ਚਾਹੀਦਾ। ਤੁਸੀਂ ਸ਼ਹਿਰ ਦੀਆਂ ਸੜਕਾਂ ਦੇਖ ਲਓ, ਚਾਹੇ ਉਹ ਤੁਸੀਂ DAV ਕਾਲਜ ਤੋਂ ਲੈ ਕੇ ਦੇਖੋ ਗੌਰਮੈਂਟ ਕਾਲਜ, SDM ਚੌਂਕ ਤੱਕ ਸੜਕ ਬਣੀ, ਪ੍ਰਭਾਤ ਚੌਂਕ ਤੱਕ ਸੜਕ ਬਣੀ, ਬੱਸ ਸਟੈਂਡ ਵਾਲੀ ਰੋਡ ਬਣੀ, ਜਿੰਨੀਆਂ ਵੀ ਮੇਨ ਰੋਡਸ ਨੇ
SDM ਚੌਂਕ ਤੋਂ ਤੁਸੀਂ ਚਲੇ ਜਾਓ ਸ਼ਿਮਲਾ ਪਹਾੜੀ ਚੌਂਕ ਤੱਕ ਜਿਹੜੀਆਂ ਰੋਡਸ ਬਣੀਆਂ, ਜੀ ਤੁਸੀਂ ਉਹ ਦੇਖੋ ਕਿ ਕਿਸ ਤਰ੍ਹਾਂ ਦੀਆਂ ਰੋਡਸ ਬਣੀਆਂ ਨੇ, ਤੁਹਾਨੂੰ ਆਪਣੇ ਆਪ ਪਤਾ ਚੱਲ ਜਾਏਗਾ। ਕਿਉਂਕਿ ਮੈਂ ਅੱਗੇ ਵੀ ਕਿਹਾ ਸੀ ਕਿ ਇਹ ਕਾਂਗਰਸ ਸਰਕਾਰ ਦੀਆਂ ਸੜਕਾਂ ਨੇ, ਇਹ ਭਾਜਪਾ ਸਰਕਾਰ ਵੇਲੇ ਦੀਆਂ ਸੜਕਾਂ ਨਹੀਂ ਆ ਕਿ ਅੱਜ ਬਣੀਆਂ 2 ਮਹੀਨੇ ਬਾਅਦ ਟੁੱਟ ਗਈਆਂ। ਤੁਸੀਂ ਦੇਖੋ ਕਿੰਨੇ ਦਿਨ ਹੋ ਗਏ ਬਣੀਆਂ ਨੂੰ, ਬੜੇ ਅੱਛੀ ਮਟੀਰੀਅਲ ਯੂਜ਼ ਹੋਇਆ, ਬੜੀ ਅੱਛੀ ਤਰ੍ਹਾਂ ਨਾਲ ਉਹ ਬਣੀਆਂ। ਔਰ ਰਹੀ ਗੱਲ ਸਾਡੀ ਜਿਹੜੀ ਇੰਪਰੂਵਮੈਂਟ ਟਰਸਟ ਦੀ ਹੈ, ਮੈਂ ਧੰਨਵਾਦੀ ਹਾਂ ਅਰੋੜਾ ਸਾਹਿਬ ਦਾ। ਉਹਨਾਂ ਨੇ ਇੱਕ ਦਿਸ਼ਾ ਨਿਰਦੇਸ਼ ਸਾਨੂੰ ਦਿੱਤਾ ਸੀ ਕਿ ਜਿਹੜੀ ਇੰਪਰੂਵਮੈਂਟ ਟਰਸਟ ਦੀ ਡਿਵੈਲਪਮੈਂਟ ਆ ਉਹਦੇ ਵਿੱਚ ਇੱਕ ਸਪੈਸ਼ਲ ਤੌਰ 'ਤੇ ਮੈਸੇਜ ਦਿਓ ਕਿ ਜੋ ਸਾਡੇ ਦੇਸ਼ ਦੇ ਸ਼ਹੀਦ ਹੋਏ ਆ ਉਹਨਾਂ ਦੇ ਨਾਮ 'ਤੇ ਹੀ ਅਸੀਂ ਆਪਣੀਆਂ ਜਿੰਨੀਆਂ ਡਿਵੈਲਪਮੈਂਟ ਦੀਆਂ ਸਕੀਮਾਂ ਨੇ ਉਹਨਾਂ ਦੇ ਨਾਮ ਰੱਖੀਏ। ਔਰ ਮੈਂ ਆਪਣੇ ਧੰਨਵਾਦੀ ਹਾਂ, ਉਹਨਾਂ ਨੇ ਇੱਦਾਂ ਦਾ ਦਿਸ਼ਾ ਨਿਰਦੇਸ਼ ਦਿੱਤਾ। ਔਰ ਉਸੇ ਦਿਸ਼ਾ ਨਿਰਦੇਸ਼ 'ਤੇ ਚੱਲਦੇ ਹੋਏ ਮੈਂ ਜਿੰਨੀਆਂ ਵੀ ਸਕੀਮਾਂ ਨੇ ਸਾਡੀਆਂ ਅਸੀਂ ਨਵੀਆਂ ਸ਼ੁਰੂ ਕੀਤੀਆਂ, ਉਹਨਾਂ ਦਾ ਸਾਰੀਆਂ ਦਾ ਨਾਮ ਜਿਹੜਾ ਹੈ ਉਹ ਹੁਸ਼ਿਆਰਪੁਰ ਦੇ ਵਿੱਚ ਸ਼ਹੀਦਾਂ ਦੇ ਨਾਮ 'ਤੇ ਦਿੱਤਾ, ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਦੇਸ਼ ਨੂੰ ਯਾਦ ਕਰਵਾਇਆ। ਜਿਵੇਂ ਸੈਕਟਰੀਏਟ ਦੇ ਸਾਹਮਣੇ ਸਾਡੀ ਬਿਲਕੁਲ ਸਕੀਮ ਆ, ਉੱਥੇ SCO ਬਣ ਰਹੇ ਨੇ। ਕਾਫੀ ਪੁਰਾਣੀ ਉੱਥੇ ਸ਼ਾਪਸ ਸੀਗੀਆਂ, ਲੇਕਿਨ ਉਹਦੀ ਡਿਵੈਲਪਮੈਂਟ ਜਿਹੜੀ ਆ ਹੁਣ ਅਸੀਂ SCO 'ਚ ਤਬਦੀਲ ਕਰ ਦਿੱਤੀ। ਉਸ ਮਾਰਕੀਟ ਦਾ ਨਾਂ ਜਿਹੜਾ ਆ ਉਹ ਸ਼ਹੀਦ ਆਜਮ ਸਰਦਾਰ ਊਧਮ ਸਿੰਘ ਜੀ ਦੇ ਨਾਮ 'ਤੇ ਰੱਖਿਆ ਗਿਆ। ਇੱਕ ਸੈਕਟਰੀਏਟ ਦੇ ਨਾਲ ਸਾਡੀ ਐਡਜੋਇਨਿੰਗ ਮਾਰਕੀਟ ਸੀ, ਉਹਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਮ 'ਤੇ ਰੱਖਿਆ ਗਿਆ। ਔਰ ਇੱਕ ਨਵੀਂ ਅਸੀਂ ਹੁਣ ਜਿਹੜੀ ਪਿਛਲੇ 23 ਮਾਰਚ ਨੂੰ ਫਤਿਹਗੜ੍ਹ ਚੌਂਕ ਦੇ ਵਿੱਚ ਸਕੀਮ ਦੀ ਜਿਹੜੀ ਇਨੋਗ੍ਰੇਸ਼ਨ ਅਰੋੜਾ ਜੀ ਨੇ ਕੀਤੀ ਆ, ਉਹਦਾ ਨਾਂ ਅਸੀਂ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਦੇ ਨਾਮ 'ਤੇ ਰੱਖਿਆ। ਔਰ ਬਹੁਤ ਜਲਦ ਸ਼ਹਿਰ ਦੇ ਜਿਹੜਾ ਪੌਸ਼ ਏਰੀਏ ਦੇ ਵਿੱਚ ਇੱਕ ਸਾਡੀ ਜਗ੍ਹਾ ਸੀਗੀ ਰੈੱਡ ਰੋਡ 'ਤੇ, ਉਹਦੀ ਵੀ ਅਸੀਂ ਸਕੀਮ ਡਿਵੈਲਪ ਕਰਕੇ ਉੱਪਰ ਭੇਜ ਦਿੱਤੀ ਹੈ, ਸਕੀਮ ਪਾਸ ਕਰਕੇ, ਜੋ ਕਿ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਨਾਮ 'ਤੇ ਅਸੀਂ ਬਹੁਤ ਹੀ ਜਲਦ ਵਿਦਿਨ ਡੇਜ਼ ਉਹਦੀ ਜਿਹੜੀ ਇਨੋਗ੍ਰੇਸ਼ਨ ਆ ਅਰੋੜਾ ਜੀ ਆਪਣੇ ਹੱਥਾਂ ਨਾਲ ਕਰਨਗੇ। ਔਰ ਮੈਨੂੰ ਮਾਣ ਹਾਸਲ ਹੈ ਕਿ ਮੈਂ ਇਸ ਤਰ੍ਹਾਂ ਦਾ ਇੱਕ ਕੰਮ ਕੀਤਾ ਅਰੋੜਾ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ 'ਤੇ ਕਿ ਆਉਣ ਵਾਲੇ ਟਾਈਮ 'ਚ ਲੋਕ ਯਾਦ ਰੱਖਣਗੇ ਕਿ ਸ਼ਹੀਦਾਂ ਦੇ ਨਾਮ 'ਤੇ ਅਸੀਂ ਡਿਵੈਲਪਮੈਂਟ ਦੀਆਂ ਸਕੀਮਾਂ ਜੋ ਚਲਾਈਆਂ। ਜੀ ਸਰ। ਅਤੇ ਸਰ ਲੋਕਾਂ ਨੂੰ ਕੋਈ ਜਿਵੇਂ ਨੋਰਮਲ ਕਲੋਨੀ ਦੇ ਵਿੱਚ ਕੋਈ ਪਲਾਟ ਖਰੀਦਦਾ ਆ ਜਾਂ ਇੰਪਰੂਵਮੈਂਟ ਟਰਸਟ ਦੇ ਅੰਡਰ ਕੋਈ ਪਲਾਟ ਖਰੀਦਦਾ, ਕੋਈ ਉਹਨਾਂ ਨੂੰ ਬੈਨੀਫਿਟ ਮਿਲਦਾ ਇਹਦੇ ਵਿੱਚ? ਜੀ ਮੈਡਮ, ਸਾਡੇ ਜਿਸ ਤਰ੍ਹਾਂ ਤੁਸੀਂ ਕਿਤੇ ਪਲਾਟ ਖਰੀਦਦੇ ਹੋ ਬਾਹਰ, ਤੁਸੀਂ ਦੇਖਦੇ ਹੋ ਕਿ ਜਿਸ ਵੇਲੇ ਤੁਸੀਂ ਪਲਾਟ ਖਰੀਦਦੇ ਹੋ ਤਾਂ ਤੁਹਾਨੂੰ ਉਹਦੀ ਪੂਰੀ ਪੇਮੈਂਟ ਦੇਣੀ ਪੈਂਦੀ ਹੈ। ਲੇਕਿਨ ਅਸੀਂ ਇੱਥੇ ਇੱਕ ਸਾਡੇ ਸਕੀਮ ਹੁੰਦੀ ਹੈ ਸਰਕਾਰ ਦੀ ਕਿ ਅਸੀਂ ਜਿਹੜਾ ਪਲਾਟ ਦਿੰਦੇ ਹਾਂ ਉਹ ਅਸੀਂ ਕਿਸ਼ਤਾਂ ਦੇ ਵਿੱਚ 3 ਜਾਂ 4 ਕਿਸ਼ਤਾਂ ਜਿਹੜੀਆਂ ਨੇ ਉਹ ਅਸੀਂ ਕਰ ਦਿੰਦੇ ਹਾਂ ਸਰਕਾਰ ਦੇ ਰੂਲਸ ਦੇ ਮੁਤਾਬਿਕ। ਸਾਡੇ ਰੂਲਸ ਹੈਗੇ ਨੇ ਤਾਂ ਕਿ ਜੋ ਲੋਕ ਨੇ ਇਕੱਠਾ ਪੈਸਾ ਨਹੀਂ ਦੇ ਸਕਦੇ। ਸਪੋਜ਼ ਕਰੋ 10 ਲੱਖ ਦਾ ਪਲਾਟ ਹੈ, ਉਹਦੀਆਂ 4 ਕਿਸ਼ਤਾਂ ਦੇ ਵਿੱਚ 2.5 ਲੱਖ ਰੁਪਏ ਦੀਆਂ ਉਹ ਕਿਸ਼ਤਾਂ ਸਾਲ ਦੀਆਂ ਅਸੀਂ ਬਣਾ ਦੇ ਦੀਆਂ। ਉਹਨਾਂ ਨੂੰ ਪਲਾਟ ਜਿਹੜਾ ਅਸੀਂ ਕਿਸ਼ਤਾਂ ਦੇ ਵਿੱਚ ਇੱਥੇ ਦੇ ਦਿੰਦੇ ਹਾਂ ਜੀ। ਔਰ ਲੋਕ ਉਹਦਾ ਫਾਇਦਾ ਲੈਂਦੇ ਨੇ। ਕਾਫੀ ਅਸੀਂ ਪਲਾਟਸ ਜਿਹੜੇ ਆ ਪ੍ਰੋਪਰਟੀ ਆ ਦੁਕਾਨ ਸ਼ਾਪਸ ਹੈਗੀਆਂ ਅਸੀਂ ਵੇਚੀਆਂ, ਲੋਕਾਂ ਨੇ ਉਹਦਾ ਅੱਛਾ ਫਾਇਦਾ ਲਿਆ ਜੀ। ਅਤੇ ਸਰ ਜਿਵੇਂ ਤੁਸੀਂ ਦੱਸਿਆ ਕਿ ਸਿਟੀ ਦੇ ਵਿੱਚ ਕਾਫੀ ਜ਼ਿਆਦਾ ਡਿਵੈਲਪਮੈਂਟ ਹੋਈ ਹੈ, ਤਾਂ ਇੱਕ ਪਿੱਛੇ ਜਿਹੇ ਸਾਡੇ ਸਾਹਮਣੇ ਇੱਕ ਆਈ ਸੀਗੀ ਕਿ ਇੱਕ ਵਾਰਡ ਦੇ ਅੰਦਰ ਸੀਵਰੇਜ ਜਿਹੜਾ ਆ ਉਹ ਕਲੋਜ਼ ਹੋ ਗਿਆ ਸੀ, ਬੰਦ ਹੋ ਗਿਆ ਸੀਗਾ, ਅਤੇ ਕਾਰਪੋਰੇਸ਼ਨ ਦੇ ਕੋਲ ਗੱਡੀ ਨਹੀਂ ਸੀਗੀ, ਅਤੇ ਇੱਕ ਜਿਹੜੀ ਗੱਡੀ ਸੀਗੀ ਉਹ ਵੀ ਖਰਾਬ ਹੈਗੀ ਹੈ। ਅਤੇ ਉਹਨਾਂ ਲੋਕਾਂ ਨੇ, ਜਿਹਦਾ ਮੁਹੱਲਾ ਵਾਸੀਆਂ ਨੇ ਆਪਣੇ ਕੋਲੋਂ ਪੈਸੇ ਖਰਚ ਕੇ ਉਹਨਾਂ ਨੇ ਪਰਸਨਲੀ ਗੱਡੀ ਹਾਇਰ ਕਰਕੇ ਫਿਰ ਉਹਨਾਂ ਨੇ ਸੀਵਰੇਜ ਦਾ ਕੰਮ ਕਰਵਾਇਆ। ਅਤੇ ਹੁਣ ਤੱਕ ਸਾਡੀ ਮੌਜੂਦਾ ਸਰਕਾਰ ਨੂੰ ਇਹ ਕਿਉਂ ਨਹੀਂ ਪਤਾ ਚੱਲਿਆ ਕਿ ਸਾਡੇ ਕੋਲ ਗੱਡੀ ਇੱਕ ਹੀ ਹੈ? ਮਤਲਬ ਇੱਦਾਂ ਦੀਆਂ ਗੱਲਾਂ ਕਿਉਂ ਨਹੀਂ ਸਾਹਮਣੇ ਉਹਨਾਂ ਦੇ ਆਈਆਂ? ਮੈਂ ਤੁਹਾਨੂੰ ਮੈਡਮ ਦੱਸਣਾ ਚਾਹੁੰਦਾ, ਠੀਕ ਹੈ 4 ਸਾਲ ਹੋ ਗਏ ਕਿ ਸਰਕਾਰ ਜਿਹੜੀ ਕਾਂਗਰਸ ਦੀ ਸੀ, ਲੇਕਿਨ ਜਿਹੜਾ ਮੇਅਰ ਸੀਗਾ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਉਹ ਭਾਜਪਾ ਦਾ ਸੀ। 1 ਸਾਲ ਤਾਂ ਉਹਨਾਂ ਨੇ ਲਾਸਟ ਸਾਲ 2.5 ਸਾਲ ਤਾਂ ਉਹਨਾਂ ਨੇ ਮੀਟਿੰਗ ਹੀ ਨਹੀਂ ਕੀਤੀ ਆਪਣੀ ਉਹਦੇ ਵਿੱਚ, ਕਿਉਂਕਿ ਜਿਸ ਵੇਲੇ ਤੁਸੀਂ ਕਾਰਪੋਰੇਸ਼ਨ ਦੇ ਵਿੱਚ ਕਾਬਜ਼ ਹੋ ਤੁਹਾਡਾ ਫਰਜ਼ ਬਣਦਾ ਹੈ ਤੁਸੀਂ ਮਤਾ ਪਾ ਕੇ ਭੇਜਣਾ ਕਿ ਸਾਡੇ ਕੋਲ ਇਸ ਚੀਜ਼ ਦੀ ਕਮੀ ਆ, ਅਸੀਂ ਗੱਡੀ ਲੈਣੀ ਆ 5 ਲੱਖ ਦੀ ਆ 10 ਲੱਖ ਦੀ ਆ, ਉਹਦਾ ਤੁਸੀਂ ਇੱਕ ਰੈਜ਼ੋਲੂਸ਼ਨ ਪਾ ਕੇ ਭੇਜਣਾ ਆ ਕਿ ਸਾਨੂੰ ਗੱਡੀ ਜਿਹੜੀ ਆ ਲੈ ਕੇ ਦਿੱਤੀ ਜਾਵੇ, ਅਸੀਂ ਇਹਦਾ ਮਤਾ ਪਾਸ ਕਰਕੇ ਤੁਹਾਨੂੰ ਭੇਜ ਰਹੇ ਹਾਂ। ਇਸ ਤਰ੍ਹਾਂ ਦਾ ਤਾਂ ਕੋਈ ਮਤਾ ਹੀ ਨਹੀਂ ਗਿਆ, ਨਾ ਹੀ ਕੋਈ ਉਹਨਾਂ ਨੇ ਐਫਰਟ ਕੀਤਾ ਇਸ ਬਾਰੇ, ਕਿਉਂਕਿ ਸਰਕਾਰ ਕਾਂਗਰਸ ਦੀ ਸੀ। ਇੱਕ ਬਦਨਾਮ ਕਰਨ ਦੀ ਵੀ ਸਾਜ਼ਿਸ਼ ਹੁੰਦੀ ਹੈ ਕਿ ਜੇ ਅਸੀਂ ਸ਼ਹਿਰ ਦੇ ਕੰਮ ਨਹੀਂ ਕਰਵਾਵਾਂਗੇ ਤਾਂ ਲੋਕ ਸਰਕਾਰ ਨੂੰ ਬੁਰਾ ਕਹਿਣਗੇ। ਲੇਕਿਨ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਸਰਕਾਰ ਚਾਹੇ ਕਾਂਗਰਸ ਦੀ ਸੀ, ਲੇਕਿਨ ਉਸ ਵੇਲੇ 5 ਸਾਲ ਲਾਸਟ ਜਿਹੜੇ 4 ਸਾਲ ਸਾਡੇ ਬੀਤੇ ਆ ਉਹਦੇ 'ਤੇ ਜਿਹੜੀ ਭਾਜਪਾ ਦੀ ਅਕਾਲੀ ਦਲ ਦੀ ਜਿਹੜੇ ਕਬਜ਼ਾ ਸੀਗਾ ਉਹ ਮਿਊਨਿਸਪਲ ਕਾਰਪੋਰੇਸ਼ਨ 'ਤੇ ਉਹਨਾਂ ਦਾ ਸੀ। ਸਾਡੇ ਤਾਂ ਮੇਅਰ ਸਾਹਿਬ ਬਣਿਆ ਨੂੰ ਹਲੇ 1 ਮਹੀਨਾ ਹੋਇਆ ਆ। ਔਰ ਇਹ ਜਿਹੜੀ ਗੱਲ ਆ ਤੁਸੀਂ ਦੇਖੋ
ਤੁਸੀਂ ਜਿਹੜਾ ਸਵਾਲ ਕੀਤਾ ਹੈ ਮੈਂ ਐਪਰੀਸ਼ੀਏਟ ਕਰਦਾ ਸਵਾਲ ਨੂੰ, ਮੈਂ ਅਪੋਜ਼ ਨਹੀਂ ਕਰਦਾ। ਜਿਹੜੀ ਗੱਲ ਹੈ ਤੁਸੀਂ ਸਾਡੇ ਧਿਆਨ 'ਚ ਲਿਆਂਦੀ ਆ ਗਈ ਸੀਗੀ, ਔਰ ਸਾਡੇ ਮੇਅਰ ਸਾਹਿਬ ਨੇ 1 ਮਹੀਨਾ ਹੋਇਆ ਹਲੇ ਉਹਨਾਂ ਨੇ ਚਾਰਜ ਲਿਆ, ਔਰ ਉਹ ਇਹ ਪਹਿਲੇ ਮਤੇ ਦੇ ਵਿੱਚ ਹੀ ਅਸੀਂ ਇਹ ਚੀਜ਼ ਕਰਨ ਜਾ ਰਹੇ ਹਾਂ ਕਿ ਜਿਸ ਚੀਜ਼ ਦੀ ਕਮੀ ਹੈ, ਕਿਸੇ ਗੱਡੀ ਦੀ ਸੀਵਰੇਜ ਦੀ ਚੋਕ ਹੋਇਆ ਹੈ ਉਹਨੂੰ ਖੋਲ੍ਹਣ ਦੀ ਗੱਡੀ ਚਾਹੀਦੀ ਹੈ, ਉਹ ਜਿਹੜੀ ਮਸ਼ੀਨਾਂ ਆ ਉਹ ਅਸੀਂ ਉਹਦੇ ਵਿੱਚ ਲੈ ਕੇ ਬਹੁਤ ਹੀ ਜਲਦ ਜਿਹੜੀਆਂ ਹੈ ਇੱਥੇ ਕਾਰਪੋਰੇਸ਼ਨ 'ਚ ਆ ਜਾਣਗੀਆਂ। ਇਹ ਉਹਨਾਂ ਦੀ ਨਲਾਇਕੀ ਸੀ, ਸਾਡੀ ਨਲਾਇਕੀ ਨਹੀਂ ਸੀ। ਅਗਰ ਉਹ ਸਾਨੂੰ ਅਪਰੋਚ ਕਰਦੇ ਮਤਾ ਪਾ ਕੇ ਭੇਜਦੇ ਤਾਂ ਸਰਕਾਰ ਨੇ ਕਦੀ ਨਾ ਹੀ ਨਹੀਂ ਸੀ ਕਰਨੀ, ਅਰੋੜਾ ਜੀ ਨੇ ਕਦੀ ਨਾ ਹੀ ਨਹੀਂ ਸੀ ਕਰਨੀ। ਇਹ ਉਹਨਾਂ ਦੇ ਪਾਰਟ 'ਤੇ ਜਿਹੜੀ ਹੈ ਬੜੀ ਵੱਡੀ ਮਿਸਟੇਕ ਆ। ਜੀ ਸਰ। ਅਤੇ ਸਰ ਇੱਕ ਘੰਟਾ ਘਰ ਤੋਂ ਕਮੇਟੀ ਬਾਜ਼ਾਰ ਦੇ ਵਿੱਚ ਜਿਹੜਾ ਰੇਨ ਡਰੇਨ ਵਾਟਰ ਦਾ ਕੰਮ ਚੱਲ ਰਿਹਾ ਹੈ, ਅਤੇ ਉੱਥੇ ਜਦੋਂ ਪਹਿਲੀਆਂ ਹੌਦੀਆਂ ਜਿਹੜੀਆਂ ਬਣੀਆਂ ਸੀ, ਜਦੋਂ ਉਹ ਮਿੱਟੀ ਪਾਈ ਗਈ ਉਹਦੇ ਉੱਤੇ ਰੋਡ ਦੇ ਉੱਪਰ, ਅਤੇ ਉਹ ਠੇਕੇਦਾਰ ਨੇ ਜਿੱਦਾਂ ਧਿਆਨ ਨਾਲ ਦੇਖਿਆ ਨਹੀਂ, ਉਹ ਹੌਦੀਆਂ ਉਹਨਾਂ ਨੇ ਭਰ ਦਿੱਤੀਆਂ ਮਲਬੇ ਦੇ ਨਾਲ, ਅਤੇ ਜਿਹੜੀਆਂ ਨੀਚੇ ਪਾਣੀ ਦੀਆਂ ਪਾਈਪ ਸੀਗੀਆਂ ਉਹ ਵੀ ਕਾਫੀ ਵਿੱਚ ਟੁੱਟ ਗਈਆਂ, ਅਤੇ ਉਹਨਾਂ ਨੇ ਜਿੱਦਾਂ ਟੈਂਪਰੇਰੀ ਤੌਰ 'ਤੇ ਲੱਕੜ ਦੇ ਪੀਸ ਦੇ ਨਾਲ ਬੰਦ ਕਰ ਦਿੱਤਾ, ਬਟ ਉਹ ਫਿਰ ਵੀ ਪਾਣੀ ਲੀਕ ਹੋ ਰਿਹਾ ਆ ਐਟ ਪ੍ਰੈਜ਼ੈਂਟ। ਅਤੇ ਇਹ ਆਉਣ ਵਾਲੇ ਟਾਈਮ ਦੇ ਵਿੱਚ ਜਨਤਾ ਨੂੰ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਊਗਾ, ਅਤੇ ਇਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਮੈਡਮ, ਜਿਹੜੀ ਇਹ ਤੁਸੀਂ ਗੱਲ ਕਹੀ ਹੈ ਹੌਦੀਆਂ ਵਾਲੀ, ਜੀ ਸਰ, ਅਰੋੜਾ ਜੀ ਨੇ ਖੁਦ 2 ਜਾਂ 3 ਵਾਰ ਜਾ ਕੇ ਉੱਥੇ ਇੰਸਪੈਕਸ਼ਨ ਕੀਤੀ ਹੈ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸੀ। ਮੇਰੇ ਹਿਸਾਬ ਨਾਲ ਮੈਂ ਵੀ ਨਾਲ ਸੀਗਾ ਜੀ। 2-4 ਜਣੇ ਨੇ ਆਪਣੇ ਕਨੈਕਸ਼ਨ ਸੀਵਰੇਜ ਦੇ ਲੈ ਕੇ ਉਹਨਾਂ ਹੌਦੀਆਂ 'ਚ ਜਿਹੜੀਆਂ ਨਵੀਆਂ ਬਣੀਆਂ ਨੇ ਉਹਦੇ ਵਿੱਚ ਪਾਤੇ ਸੀ, ਉਹ ਵੀ ਜਿਹੜੇ ਆ ਅਮਲਾ ਭੇਜਿਆ ਗਿਆ ਸੀਗਾ ਕਾਰਪੋਰੇਸ਼ਨ ਦਾ ਜੀ। ਉਹ ਕਾਰਪੋਰੇਸ਼ਨ ਦਾ ਜਿਹੜਾ ਅਮਲਾ ਉੱਥੇ ਗਿਆ ਸੀ ਉਹਨਾਂ ਨੇ ਉਹ ਬੰਦ ਕਰਵਾ ਦਿੱਤੇ। ਜਿਹੜੀ ਆ ਤੁਸੀਂ ਲੀਕੇਜ ਦੀ ਗੱਲ ਕਹਿ ਰਹੇ, ਜੇ ਕੋਈ ਇਨ ਫਿਊਚਰ ਇੱਦਾਂ ਦੀ ਗੱਲ ਆਉਂਦੀ ਤਾਂ ਠੇਕੇਦਾਰ 'ਤੇ ਕਾਰਵਾਈ ਕਰੇਗੀ ਸਰਕਾਰ, ਕਿਸੇ ਦੇ ਨਾਲ ਕੋਈ ਲਿਹਾਜ਼ ਨਹੀਂ ਕੀਤੀ ਜਾਏਗੀ। ਜੀ ਸਰ। ਅਤੇ ਸਰ ਜਿਵੇਂ ਹੁਣ ਕੋਵਿਡ ਮਹਾਂਮਾਰੀ ਫੈਲੀ ਹੋਈ ਹੈ, ਅਤੇ ਜਿਵੇਂ ਸਿਵਲ ਹੌਸਪੀਟਲ ਦੇ ਵਿੱਚ ਕਹਿ ਰਹੇ ਆ ਕਿ ਸਾਡੇ ਕੋਲ ਵੈਂਟੀਲੇਟਰ ਨਹੀਂ ਹੈਗੇ, ਲੋਕਾਂ ਨੂੰ ਆਕਸੀਜਨ ਦੇ ਵਿੱਚ ਬੜੀ ਜ਼ਿਆਦਾ ਪ੍ਰੋਬਲਮ ਆ ਰਹੀ ਹੈ। ਕੁਛ ਇੱਕ ਸਰਕਾਰੀ ਹੌਸਪੀਟਲ ਵਾਲੇ ਜਿਹੜੇ ਆ ਉਹ ਵੈਂਟੀਲੇਟਰ ਪ੍ਰਾਈਵੇਟ ਹੌਸਪੀਟਲ ਵਾਲਿਆਂ ਨੂੰ ਦੇ ਰਹੇ ਆ, ਅਤੇ ਇਹਦੇ ਵਿੱਚ ਹੁਣ ਗੌਰਮੈਂਟ ਕੀ ਕਰੇਗੀ? ਮੈਡਮ ਇੱਦਾਂ ਦੀ ਕੋਈ ਗੱਲ ਨਹੀਂ ਹੈ ਜੀ। ਇਹ ਮੈਂ ਇਸ ਗੱਲ ਨੂੰ ਨਹੀਂ ਮੰਨਦਾ, ਮੈਂ ਬਿਲਕੁਲ ਰਿਫਿਊਜ਼ ਕਰਦਾ ਤੁਹਾਡੀ ਇਸ ਗੱਲ ਨੂੰ। ਪੂਰੀ ਆਕਸੀਜਨ ਸਾਡੇ ਕਰੀਬ 134 ਬੈੱਡ ਇੱਥੇ ਨੇ, ਜਿਹ ਤੋਂ ਹਲੇ ਕਾਫੀ ਖਾਲੀ ਵੀ ਨੇ। ਜੀ। ਪਿੱਛੇ ਜਦੋਂ ਕੋਵਿਡ ਦੀ ਲਹਿਰ ਜ਼ਿਆਦਾ ਸੀ ਥੋੜ੍ਹੀ ਦਿੱਕਤ ਆਈ ਸੀ, ਲੇਕਿਨ ਮੈਂ ਜੋ ਮੇਰੀ ਖੁਦ ਦੀ ਗੱਲ ਹੋਈ, ਮੈਂ 2 ਪੇਸ਼ੈਂਟ ਸ਼ਿਫਟ ਕਰਵਾਏ ਸੀਗੇ, ਬੜੀ ਅੱਛੀ ਉਹਨਾਂ ਦੀ ਕੇਅਰ ਹੋਈ ਔਰ ਠੀਕ ਹੋ ਗਏ, ਉਹ ਘਰ ਵੀ ਗਏ, ਪੂਰੀ ਆਕਸੀਜਨ ਮਿਲ ਰਹੀ। ਤੁਸੀਂ ਮੰਤਰੀ ਸਾਹਿਬ ਦੇ ਬਿਆਨ ਵੀ ਸੁਣੇ ਹੋਣੇ ਆ ਪਿੱਛੇ, ਜੋ ਉਹਨਾਂ ਨੇ ਜਿਸ ਵੇਲੇ ਪੂਰੇ ਪੰਜਾਬ ਦੇ ਵਿੱਚ ਆਕਸੀਜਨ ਦੀ ਕਮੀ ਦੀ ਗੱਲ ਹੋ ਰਹੀ ਸੀਗੀ, ਲੇਕਿਨ ਮੈਂ ਮਾਣ ਮਹਿਸੂਸ ਕਰਦਾ ਹਾਂ ਕਿ ਮੰਤਰੀ ਸਾਹਿਬ ਨੇ ਹੁਸ਼ਿਆਰਪੁਰ 'ਚ ਆਕਸੀਜਨ ਦੀ ਕਮੀ ਨਹੀਂ ਆਉਣ ਦਿੱਤੀ। ਅਕਾਲੀ ਤਾਂ ਉਹਨਾਂ ਨੇ 1000 ਕਿੱਟ ਆਪਣੇ ਕੋਲੋਂ ਬਣਵਾਈ ਹੈ, ਫਤਿਹ ਕਿੱਟ। ਤੁਸੀਂ ਅੱਜ ਅਖਬਾਰਾਂ 'ਚ ਪੜ੍ਹੋ, 1000 ਕਿੱਟ ਜਿਹੜੀ ਆ ਅਰੋੜਾ ਜੀ ਨੇ ਕੋਲੋਂ ਪੈਸੇ ਲਗਾ ਕੇ ਫਤਿਹ ਕਿੱਟ ਜਿਹੜੀ ਆ ਉਹਨਾਂ ਨੂੰ ਹੌਸਪੀਟਲ 'ਚ ਭੇਜੀ ਹੈ, ਵੀ ਕੋਈ ਵੀ ਕਰੋਨਾ ਪੋਜ਼ੀਟਿਵ ਦਾ ਰਿਜ਼ਲਟ ਆਉਂਦਾ ਹੈ ਉਹਨੂੰ ਇਮੀਡੀਏਟਲੀ ਉਹਦੀ ਕਿੱਟ ਜਿਹੜੀ ਅਵੇਲ ਕਰਵਾਈ ਜਾਵੇ ਤਾਂ ਜੋ ਉਹਦਾ ਲਾਭ ਲੈ ਸਕੇ। ਕੋਈ ਆਕਸੀਜਨ ਹੁਸ਼ਿਆਰਪੁਰ ਦੇ ਵਿੱਚ ਕਮੀ ਨਹੀਂ ਹੈ, ਬਾਕੀ ਤਾਂ ਮੈਂ ਕਹਿ ਨਹੀਂ ਸਕਦਾ। ਹੁਸ਼ਿਆਰਪੁਰ ਦੇ ਵਿੱਚ ਪੂਰੀ ਸਪਲਾਈ ਰਹੀ ਹੈ, ਅੱਜ ਵੀ ਹੋ ਰਹੀ ਹੈ, ਕੋਈ ਕਿਸੇ ਮਰੀਜ਼ ਦੀ ਕੋਈ ਸ਼ਿਕਾਇਤ ਨਹੀਂ। ਮੈਂ ਆਖਰ 'ਚ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਔਰ ਸਾਡੇ ਕੋਲ ਸਰਕਾਰ ਦੀਆਂ ਜੋ ਇੰਪਰੂਵਮੈਂਟ ਟਰਸਟ ਦੀਆਂ ਅਰੋੜਾ ਜੀ ਦੀਆਂ ਜੋ ਵੀ ਉਪਲਬਧੀਆਂ ਸੀ ਉਹਨਾਂ ਬਾਰੇ ਜਾਣਕਾਰੀ ਹਾਸਲ ਕੀਤੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਸਨ ਸਾਡੇ ਨਾਲ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸ਼੍ਰੀ ਰਾਕੇਸ਼ ਮਰਵਾਹਾ ਜੀ, ਜਿਨ੍ਹਾਂ ਨੇ ਸਾਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ। ਅਤੇ ਤੁਸੀਂ ਦੇਖਦੇ ਰਹੋ ਰੈਸਟਵੇ ਐਕਸਪ੍ਰੈਸ ਚੈਨਲ, ਅਤੇ ਮੈਨੂੰ ਦਿਓ ਇਜਾਜ਼ਤ। ਧੰਨਵਾਦ।